बादल दा, सुखबीर दा, सौदे साध दा, सैनियां दा, इन्हां दे कोले तमाम पैसा है ते सेंटर दी हुकूमत इन्हां दी पिठ ठोकदी है। ते दिल्ली दी पार्लीमेंट दे इलैक्शन हुण 17 वारी हो चुके है, पर जिहड़ी सिखां दी पार्लीमेंट SGPC है उहदे सिर्फ 8 वारी हो सके है। SGPC ने अपनी टास्क फोर्स रखी है। ਜਦੋਂ ਤਾਂ ਸਾਨੂੰ ਸਿੱਖਾਂ ਨੂੰ ਕੁੱਟਣਾ ਮਾਰਨਾ ਹੁੰਦਾ ਹੈ ਉਦੋਂ SGPC ਇਹਨਾਂ ਨੂੰ ਬਾਹਰ ਕੱਢ ਲੈਂਦੀ ਹੈ, ਪਰ ਜਦੋਂ ਧਰਮ ਦੀ ਰੱਖਿਆ ਕਰਨੀ ਪੈਂਦੀ ਹੈ ਫਿਰ ਇਹ ਟਾਸਕ ਫੋਰਸ ਗੁੰਮ ਹੋ ਜਾਂਦੀ ਹੈ। ਸਾਡੀ ਪਾਰਟੀ ਅਸਲੇ ਦੇ ਨਾਲ ਖਾਲਿਸਤਾਨ ਨਹੀਂ ਬਣਾਉਣਾ ਚਾਹੁੰਦੀ। ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵੋਟਾਂ ਦੇ ਨਾਲ ਖਾਲਿਸਤਾਨ ਪ੍ਰਾਪਤ ਕਰਨਾ ਚਾਹੁੰਦੇ ਹਾਂ। ਖਾਲਿਸਤਾਨ ਇੱਕ ਇਹੋ ਜਿਹੀ ਜਗ੍ਹਾ ਹੋਊਗੀ ਜਿੱਥੇ ਇਹ ਤਿੰਨ ਤਾਕਤਾਂ ਹਿੰਦੂ, ਕਾਮਰੇਡ ਤੇ ਮੁਸਲਮਾਨ ਆਪਸ ਦੇ ਵਿੱਚ ਭਿੜ ਨਾ ਸਕਣ ਤੇ ਹਮੇਸ਼ਾ ਦੇ ਲਈ ਇੱਥੇ ਚੈਨ ਦੀ ਬਾਂਸਰੀ ਵੱਜੂਗੀ। ਅਸੀਂ ਜਦੋਜਹਿਦ ਕੀਤੀ ਹੈ, ਇੰਨੇ ਸਾਲਾਂ ਦੇ ਵਿੱਚ ਜੜ ਬਣਾਤੀ ਹੈ ਖਾਲਿਸਤਾਨ ਦੀ। ਅੱਜ ਅਮਰੀਕਾ ਦੇ ਵਿੱਚ ਏਡੇ ਵੱਡੇ ਡੈਮੋਨਸਟ੍ਰੇਸ਼ਨ ਪ੍ਰੋਸੈਸ਼ਨਸ ਅਕਾਲੀ ਦਲ ਅੰਮ੍ਰਿਤਸਰ ਕਰ ਰਿਹਾ ਹੈ। ਮਾਨ ਸਾਹਿਬ, ਜਿਹੜਾ ਖਾਲਿਸਤਾਨ ਕੀ ਉਹ ਸਾਰੇ ਮਸਲਿਆਂ ਦਾ ਹੱਲ ਹੈ? ਜੇ ਬਾਰਡਰ ਖੁੱਲ੍ਹ ਗਏ ਸਾਡੇ ਟਰੱਕ ਤੇ ਸਾਡੇ ਬੱਚੇ ਬਿਲਕੁਲ ਏਸ਼ੀਆ ਦੇ ਸਾਰੇ ਸੈਂਟਰਲ ਏਸ਼ੀਆ ਦੇ ਵਿੱਚ ਰੂਸ ਤੱਕ ਵਪਾਰ ਕਰਨਗੇ ਤੇ ਇੰਨੇ ਅਮੀਰ ਹੋ ਜਾਣਗੇ ਤੇ ਇਹ ਤਾਂ ਆਪਣੀ ਕਿਸਮਤ ਨੂੰ ਦੇਖਣਗੇ ਕਿ ਅਸੀਂ ਖਾਲਿਸਤਾਨ ਨੂੰ ਕਿਉਂ ਰੋਕ ਰਹੇ ਸੀਗੇ। ਤੇ ਆਮ ਆਦਮੀ ਪਾਰਟੀ ਇੱਕ ਹਿੰਦੂਤਵ ਦੀ ਪਾਰਟੀ ਹੈ ਜਿਹੜੀ ਕਿ ਇਹ ਫੇਰ ਇੱਥੇ ਹਿੰਦੂਤਵ ਦਾ ਰਾਜ ਲਿਆਉਣਾ ਚਾਹੁੰਦੀ ਹੈ। ਐ ਨਹੀਂ ਦੇਖੀਦਾ ਕਿ ਬਿੱਲੀ ਕਾਲੀ ਹੈ ਜਾਂ ਚਿੱਟੀ ਹੈ। ਬਿੱਲੀ ਉਹ ਰੱਖੀ ਦੀ ਹੈ ਜਿਹੜੀ ਚੂਹੇ ਨੂੰ ਹੜੱਪ ਦੇਵੇ। ਕਿ ਇਹੋ ਜਿਹੇ ਬੰਦਿਆਂ ਨੂੰ ਟ੍ਰੇਨਿੰਗ ਦੇ ਕੇ ਸਿੱਧਾ ਲਦਾਖ ਦੇ ਬਾਰਡਰ 'ਤੇ ਰੱਖਣਾ। ਜਿੰਨੇ ਵੀ ਇਹ RSS ਦੇ ਚੰਬਲੇ ਹੋਏ ਹੈ, ਜਿੰਨੇ ਵੀ ਇਹ BJP ਦੇ ਮੋਟੇ ਢਿੱਡਾਂ ਵਾਲੇ ਹੈਗੇ ਆ, ਪਰ ਜੇ ਇਹ ਝੂਠ ਬੋਲ ਕੇ ਬਿਮਾਰ ਪੈ ਗਏ ਨਾ ਫਿਰ ਜਬਰਨ ਇਹਨੂੰ ਫੜ ਕੇ ਫਿਰ ਚੋਟੀ ਦੇ ਉੱਤੇ ਭੇਜ ਦਿਆ ਕਰਨਾ। ਉੱਥੋਂ ਫਿਰ ਇਹ ਕਿਤੇ ਹੱਥ ਖੜੇ ਕਰਕੇ ਨਾ ਵਾਪਸ ਆ ਜਾਣ ਜੀ, ਸੱਦਾ ਦੇ ਤੂੰ। ਨਹੀਂ, ਇਹਨਾਂ ਦੀ ਮੰਮੀ ਨੂੰ ਵੀ ਨਹੀਂ ਮਿਲਣ ਦੇਣਾ ਤੇ ਨਾ ਹੋਰ ਕਿਸੇ ਨੂੰ ਮਿਲਣ ਦੇਣਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਜ਼ਿੰਦਾਬਾਦ ਚੈਨਲ ਤੇ। ਮੈਂ ਸਿਮਰਜੀਤ ਸਧਾਣਾ। ਅਸੀਂ ਮੌਜੂਦ ਹਾਂ ਜ਼ਿਲ੍ਹਾ ਫਰੀਦਕੋਟ ਦੇ ਬਗਰਾੜੀ ਦੇ ਵਿੱਚ। ਬਗਰਾੜੀ 'ਚ ਮੋਰਚਾ ਲੱਗਿਆ ਸੀ 2015 ਦੇ ਵਿੱਚ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਉਸ ਤੋਂ ਬਾਅਦ ਦੇ ਵਿੱਚ ਦੁਬਾਰੇ ਫਿਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨਾਂ ਦੀ ਅਗਵਾਈ ਦੇ ਵਿੱਚ ਦੁਬਾਰੇ ਫਿਰ ਇੱਥੇ ਮੋਰਚਾ ਲਾਇਆ ਗਿਆ। ਗੱਲਬਾਤ ਕਰਦੇ ਹਾਂ ਪੰਜਾਬ ਦੇ ਸਿਆਸੀ ਸਮੀਕਰਨ ਨੂੰ ਲੈ ਕੇ। ਨਵੇਂ CM ਆਉਣ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਦੇ 'ਤੇ ਕੋਈ ਇਨਸਾਫ ਦੀ ਜਿਹੜੀ ਚਿੰਨ੍ਹ ਉਹ ਦਿਖਾਈ ਦਿੰਦੀ ਹੈ। ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੋਈ ਹੈ ਤੁਸੀਂ ਇੱਥੇ ਆਏ ਹੋ। ਹੁਣ ਹੁਕਮ ਕਰੋ ਜੀ। ਮਾਨ ਸਾਹਿਬ, ਗ੍ਰਿਫਤਾਰੀਆਂ ਹੋ ਰਹੀਆਂ ਨੇ, ਅੱਜ ਜਥੇ ਨੇ ਗ੍ਰਿਫਤਾਰੀ ਦਿੱਤੀ ਹੈ। ਤੁਹਾਨੂੰ ਕਦੇ ਇਨਸਾਫ ਦੀ ਜਿਹੜੀ ਚਿੰਨ੍ਹ ਉਹ ਦਿਖਾਈ ਦਿੰਦੀ ਹੈ? ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਨੇ, ਜਿਹੜੀ ਇਨਸਾਫ ਹੈ ਉਹ ਕਦੇ ਦਿਖਾਈ ਦਿੰਦਾ? ਸਿੱਖਾਂ ਦੀ ਕਦੇ ਜਦੋਜਹਿਦ ਅਜਾਇਆ ਨਹੀਂ ਗਈ। ਅਸੀਂ ਆਪਣੇ ਲਈ ਨਹੀਂ ਕਰ ਰਹੇ, ਅਸੀਂ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਜਿਹੜਾ ਲਗਾਤਾਰ ਹੋ ਰਹੀਆਂ। ਹੁਣ ਅਨੰਦਪੁਰ ਸਾਹਿਬ ਜਿਹੜੇ ਸਾਡੇ ਤਖਤ ਸਾਹਿਬ ਹੈ ਉੱਥੇ ਪ੍ਰੇਮੀਆਂ ਨੇ ਸਿਗਰਟਾਂ ਪੀ ਕੇ ਧੂਏ ਮਾਰੇ ਹੈ। ਸੋ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਉਨਾ ਚਿਰ ਮੋਰਚਾ ਚੱਲਦਾ ਰਹੂਗਾ। ਜਿਹੜੇ ਹਾਈ ਕੋਰਟ ਦੇ ਜੱਜ ਹੈ ਸਾਗਵਾਨ ਸਾਹਿਬ ਅਤੇ ਇੱਕ ਸਵਾਬਤ ਸਾਹਿਬ, ਉਹਨਾਂ ਨੇ ਇਹ ਤਫਤੀਸ਼ਾਂ ਰੱਦ ਕਰਤੀਆਂ ਕਿ ਇਹ ਤਫਤੀਸ਼ ਹੋ ਹੀ ਨਹੀਂ ਸਕਦੀ।
ਕਿਉਂ ਕਰਕੇ ਬਾਦਲ ਦਾ, ਸੁਖਬੀਰ ਦਾ, ਸੌਦੇ ਸਾਧ ਦਾ, ਸੈਣੀਆਂ ਦਾ, ਇਹਨਾਂ ਦੇ ਕੋਲੇ ਤਮਾਮ ਪੈਸਾ ਹੈ ਅਤੇ ਸੈਂਟਰ ਦੀ ਹਕੂਮਤ ਇਹਨਾਂ ਦੀ ਪਿੱਠ ਠੋਕਦੀ ਹੈ। ਇਸ ਕਰਕੇ ਜੱਜ ਵੀ ਸਾਡੇ ਖਿਲਾਫ ਹੋ ਗਏ ਹੈ। ਬੇਸ਼ੱਕ ਸਾਰਾ ਜਹਾਨ ਸਿੱਖਾਂ ਦੇ ਖਿਲਾਫ ਹੋ ਜੇ, ਅਸੀਂ ਪਿੱਛੇ ਨਹੀਂ ਹਟਣਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ। ਮਾਨ ਸਾਹਿਬ, ਲਗਾਤਾਰ ਬੇਅਦਬੀਆਂ ਹੁਣ ਵੀ ਹੋ ਰਹੀਆਂ ਨੇ। ਤੁਸੀਂ ਕੇਸਗੜ੍ਹ ਸਾਹਿਬ ਅਕਾਲ ਤਖ਼ਤ ਦੀ ਗੱਲ ਕੀਤੀ ਹੈ। SGPC ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਨਾਂ ਹੁੰਦੀਆਂ ਬੇਅਦਬੀਆਂ 'ਤੇ ਧਿਆਨ ਰੱਖਣਾ, ਉਹਨਾਂ 'ਤੇ ਕਾਰਵਾਈ ਕਰਵਾਉਣੀ। SGPC ਵੀ ਜਿਹੜਾ ਇਸ ਕਾਰਵਾਈਆਂ ਕਰਵਾਉਣ 'ਤੇ ਫੇਲ ਰਹੀ ਹੈ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਫੇਲ ਰਹੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਕਿਉਂ ਕਰਕੇ 10 ਸਾਲ ਤੋਂ ਸਾਡੀ ਜਿਹੜੀ ਪਾਰਲੀਮੈਂਟ ਹੈ SGPC, ਇਹ 1925 ਦੇ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਥਾਪਿਤ ਹੋਈ ਸੀ। ਇਹਦੇ ਨਿਯਮ ਹੈਗੇ ਹੈ ਕਿ ਹਰੇਕ 5 ਸਾਲਾਂ ਬਾਅਦ ਇਹਦੇ ਇਲੈਕਸ਼ਨ ਹੋਣਗੇ। ਜੇ 1947 ਤੋਂ ਬਾਅਦ ਆਪਾਂ ਦੇਖੀਏ, ਜਦੋਂ ਹਿੰਦੂ ਧਰਮ ਨੂੰ ਆਜ਼ਾਦੀ ਮਿਲ ਗਈ ਸੀ ਅਤੇ ਦਿੱਲੀ ਦੀ ਪਾਰਲੀਮੈਂਟ ਦੇ ਇਲੈਕਸ਼ਨ ਹੁਣ 17 ਵਾਰੀ ਹੋ ਚੁੱਕੇ ਹੈ, ਪਰ ਜਿਹੜੀ ਸਿੱਖਾਂ ਦੀ ਪਾਰਲੀਮੈਂਟ SGPC ਹੈ ਉਹਦੇ ਸਿਰਫ 8 ਵਾਰੀ ਹੋ ਸਕੇ ਹੈ। ਜਿਹਦਾ ਮਤਲਬ ਹੈ ਹਿੰਦ ਹਕੂਮਤ ਸਿੱਖਾਂ ਦੀ ਪਾਰਲੀਮੈਂਟ ਨੂੰ, ਸਿੱਖਾਂ ਨੂੰ ਨੀਚਾ ਦਿਖਾਉਣਾ ਚਾਹੁੰਦੀ ਹੈ। ਅਤੇ ਇਹੀ ਗੱਲ ਅਸੀਂ ਕੱਲ੍ਹ ਵੀ ਬਾਈਡਨ ਸਾਹਿਬ, ਜਿਨ੍ਹਾਂ ਦੀ ਮੁਲਾਕਾਤ ਮੋਦੀ ਸਾਹਿਬ ਦੇ ਨਾਲ ਹੋਈ ਹੈ, ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਧਰਮ ਦੀ ਆਜ਼ਾਦੀ ਹੈ ਇਹ ਹਿੰਦੂਤਵਾ ਨੇ ਬਿਲਕੁਲ ਖ਼ਤਮ ਕਰਤੀ ਹੈ, ਅਤੇ ਜਿਹੜੇ ਸਾਡੇ ਜਮਹੂਰੀਅਤ ਦਾ ਹੱਕ ਹੈਗੇ ਹੈ ਉਹ ਵੀ ਸਾਰੇ ਮਾਰਤੇ ਹੈ। ਕਿਉਂ ਕਰਕੇ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਹੋ ਰਹੇ, ਅਤੇ ਪੁਰਾਣੀ SGPC ਜਿਹਦੇ ਪਿੱਛੇ ਕਾਨੂੰਨ ਨਹੀਂ ਹੈ ਉਹ ਮਹੰਤਾਂ ਵਰਗਣ ਚੱਲ ਰਹੀ ਹੈ। ਅਤੇ ਮਹੰਤਾਂ ਵਰਗਣ ਕਦੇ ਜਥੇਦਾਰ ਬਣਾ ਦਿੰਦੀ ਹੈ, ਕਦੇ ਬਜਟ ਪਾਸ ਕਰ ਦਿੰਦੀ ਹੈ, ਕਦੇ ਕੁਛ ਕਰ ਦਿੰਦੀ ਹੈ। ਮੈਂ ਹਿੰਦੂਤਵਾ ਵਾਲੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਹਾਡੀ ਦਿੱਲੀ ਦੀ ਪਾਰਲੀਮੈਂਟ ਆਪਣਾ ਸਮਾਂ ਲੰਘਾ ਦੇਵੇ ਅਤੇ 5 ਸਾਲਾਂ ਦੇ ਵਿੱਚ ਇਲੈਕਸ਼ਨ ਨਾ ਹੋਣ, ਕਿ ਤੁਸੀਂ ਉਸ ਪਾਰਲੀਮੈਂਟ ਨੂੰ ਮੰਨੋਗੇ? ਉਹਦੇ ਵਜ਼ੀਰ ਜਿਹੜੇ ਬਣਨਗੇ ਉਹਨਾਂ ਨੂੰ ਮੰਨੋਗੇ? ਉਹ ਜਿਹੜੀ ਪਾਰਲੀਮੈਂਟ ਬਜਟ ਪਾਸ ਕਰੂਗੀ ਉਹਨੂੰ ਮੰਨੋਗੇ? ਇਸੇ ਤਰ੍ਹਾਂ ਹਿੰਦੂ ਭਰਾਵਾਂ ਨੂੰ ਮੈਂ ਦੱਸਦਾ, ਸਾਡਾ ਕਲੇਜਾ ਸਿੱਖਾਂ ਦਾ। ਜੇ ਤੁਸੀਂ ਪਾੜ ਕੇ ਦੇਖਣਾ ਹੈ ਅਤੇ ਦੂਜੇ ਪਾਸੇ ਹਿੰਦੂ ਭਰਾ ਦਾ ਪਾੜ ਕੇ ਦੇਖਣਾ ਹੈ, ਸਾਡੇ ਕਲੇਜੇ ਇੱਕ ਹੈ। ਅਤੇ ਫਿਰ ਸਾਡੇ ਨਾਲ ਬੇਇਨਸਾਫੀ ਕਿਉਂ ਕਰਦੇ ਹੋ? ਸਾਡੀ ਜਿਹੜੀ ਜਮਹੂਰੀਅਤ ਹੈ ਉਸ ਨੂੰ ਜੜ੍ਹੋਂ ਤੁਸੀਂ ਕਿਉਂ ਖ਼ਤਮ ਕਰਤਾ ਹੈ? ਅਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ SGPC ਦੀ ਜ਼ਿੰਮੇਵਾਰੀ ਹੈ, ਇਹ ਤੁਹਾਡੀ ਬਿਲਕੁਲ ਠੀਕ ਹੈ ਗੱਲ, ਪਰ ਜਦੋਂ ਇਹਦੀ ਟਰਮ ਖ਼ਤਮ ਹੋਈ ਹੈ, ਜਿਵੇਂ ਨਰੈਣੂ ਮਹੰਤ ਨੇ ਵੀ ਆਪਣੇ ਬਦਮਾਸ਼ ਰੱਖੇ ਹੋਏ ਸੀਗੇ, SGPC ਨੇ ਆਪਣੀ ਟਾਸਕ ਫੋਰਸ ਰੱਖੀ ਹੈ। ਜਦੋਂ ਤਾਂ ਸਾਨੂੰ ਸਿੱਖਾਂ ਨੂੰ ਕੁੱਟਣਾ ਮਾਰਨਾ ਹੁੰਦਾ ਹੈ ਉਦੋਂ SGPC ਇਹਨਾਂ ਨੂੰ ਬਾਹਰ ਕੱਢ ਲੈਂਦੀ ਹੈ, ਪਰ ਜਦੋਂ ਧਰਮ ਦੀ ਰੱਖਿਆ ਕਰਨੀ ਪੈਂਦੀ ਹੈ ਫਿਰ ਇਹ ਟਾਸਕ ਫੋਰਸ ਅਤੇ SGPC ਦੇ ਪ੍ਰਧਾਨ ਅਤੇ ਐਗਜ਼ੈਕਟਿਵ ਕਮੇਟੀ ਇਹ ਗੁੰਮ ਹੋ ਜਾਂਦੀ ਹੈ। ਸੋ ਸਾਡੀ ਸਥਿਤੀ ਬਹੁਤ ਮਾੜੀ ਹੋਈ ਹੈ ਕਿ ਸਾਡਾ ਧਰਮ ਵੀ ਅਤੇ ਸਾਡੀ ਆਜ਼ਾਦੀ ਵੀ ਅਤੇ ਸਾਡੇ ਮਨੁੱਖੀ ਅਧਿਕਾਰ ਬਹੁਤ ਖਤਰੇ ਦੇ ਵਿੱਚ ਹੈਗੇ ਆ। ਮਾਨ ਸਾਹਿਬ, ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ। ਖਾਲਿਸਤਾਨ ਗੱਲਾਂ ਨਾਲ ਤਾਂ ਨਹੀਂ ਆਉਣਾ। ਖਾਲਿਸਤਾਨ ਤਿਆਰੀ ਕੀ ਹੈ ਖਾਲਿਸਤਾਨ ਵਾਸਤੇ? ਖਾਲਿਸਤਾਨ ਤੁਸੀਂ ਕਹਿੰਦੇ ਹੋ ਖਾਲਿਸਤਾਨ ਸਿੱਖਾਂ ਦਾ ਇੱਕ ਹੋਮਲੈਂਡ ਹੋਣਾ ਚਾਹੀਦਾ ਜਿੱਥੇ ਸਿੱਖਾਂ ਦੀ ਆਜ਼ਾਦੀ ਹੋਵੇ, ਪਰ ਉਹਦੇ ਲਈ ਤਿਆਰੀ ਕੀ ਹੈ? ਤਿਆਰੀ ਸਾਡੀ ਸਾਰੇ ਪਾਸੇ ਹੈਗੀ ਹੈ। ਜਮਹੂਰਤ ਢੰਗ ਦੇ ਨਾਲ ਅਸੀਂ ਖਾਲਿਸਤਾਨ ਵੋਟਾਂ ਦੇ ਰਾਹੀਂ ਲੈਣਾ ਚਾਹੁੰਦੇ ਹਾਂ, ਅਤੇ ਤੁਹਾਨੂੰ ਦਿਖਦਾ ਕਿ ਇਹ ਅਸਲੇ ਦੇ ਨਾਲ ਹੋਊਗਾ। ਸਾਡੀ ਪਾਰਟੀ ਅਸਲੇ ਦੇ ਨਾਲ ਖਾਲਿਸਤਾਨ ਨਹੀਂ ਬਣਾਉਣਾ ਚਾਹੁੰਦੀ। ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵੋਟਾਂ ਦੇ ਨਾਲ ਖਾਲਿਸਤਾਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਤੇ ਬਾਹਰ ਦੇ ਮੁਲਕਾਂ ਦੀ ਵੀ ਰਾਏ ਪ੍ਰਾਪਤ ਕਰਕੇ
ਇਹ ਖਾਲਿਸਤਾਨ ਇਸਲਾਮਿਕ ਪਾਕਿਸਤਾਨ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ, ਹਿੰਦੂ ਇੰਡੀਆ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ, ਕਾਮਰੇਡ ਚੀਨ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ, ਇਹਨਾਂ ਦੇ ਵਿਚਾਲੇ ਬਣੂਗੀ ਅਤੇ ਖਾਲਿਸਤਾਨ ਇੱਕ ਇਹੋ ਜਿਹੀ ਜਗ੍ਹਾ ਹੋਊਗੀ ਜਿੱਥੇ ਇਹ ਤਿੰਨ ਤਾਕਤਾਂ ਹਿੰਦੂ, ਕਾਮਰੇਡ ਅਤੇ ਮੁਸਲਮਾਨ ਆਪਸ ਦੇ ਵਿੱਚ ਭਿੜ ਨਾ ਸਕਣ ਅਤੇ ਹਮੇਸ਼ਾ ਦੇ ਲਈ ਇੱਥੇ ਚੈਨ ਦੀ ਬਾਂਸਰੀ ਵੱਜੂਗੀ। ਪਰ ਜੇ ਇਹ ਤਿੰਨ ਤਾਕਤਾਂ ਦਾ ਜੰਗ ਹੋ ਗਿਆ, ਜੰਗੇ ਮੈਦਾਨ ਸਾਡਾ ਪੰਜਾਬ ਅਤੇ ਪੰਜਾਬੀ ਬੋਲਦੇ ਇਲਾਕੇ ਹੋਣਗੇ ਅਤੇ ਉਹਦੇ ਵਿੱਚ ਸਿੱਖ ਤਬਾਹ ਹੋ ਜਾਣਗੇ, ਹਿੰਦੂ ਮੁਸਲਮਾਨ ਸਾਰੇ ਤਬਾਹ ਹੋ ਜਾਓਗੇ, ਤੁਸੀਂ ਸਾਰੇ ਹੋ ਜਾਓਗੇ। ਸਿਰਫ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਦੂਜੀਆਂ ਮਜ਼ਹਬਾਂ ਨੂੰ ਖਾਲਿਸਤਾਨ ਬਚਾ ਸਕਦਾ ਹੈ, ਜਿੱਥੇ ਕਦੇ ਵੀ ਫਿਰ ਜੰਗ ਨਹੀਂ ਲੱਗੂਗਾ। ਮਾਨ ਸਾਹਿਬ 1999 ਦੀ ਜੇਕਰ ਗੱਲ ਕਰ ਲਈਏ ਤਾਂ ਤੁਹਾਡੀ ਪਾਰਟੀ ਨੂੰ ਇੱਕ ਬਹੁਮਤ ਮਿਲੀ ਸੀ, ਲੋਕਾਂ ਨੇ ਹੁੰਗਾਰਾ ਦਿੱਤਾ ਸੀਗਾ, ਜਿੱਤੇ ਸੀਗਾ ਤੁਸੀਂ ਭਾਰੀ ਬਹੁਮਤ ਦੇ ਨਾਲ ਜਿੱਤੇ ਸੀਗੇ, ਪਰ ਜਿਹੜਾ ਉਹ ਵਜੂਦ ਸੀ ਪਾਰਟੀ ਦਾ ਕਿਤੇ ਨਾ ਕਿਤੇ ਉਹ ਸਾਂਭ ਨਹੀਂ ਸਕੇ। ਇਸ ਗੱਲ ਨੂੰ ਮੰਨਦੇ ਹੋ? ਇਹ ਤੁਹਾਡਾ ਕਹਿਣਾ ਮੈਂ ਸਾਂਭ ਨਹੀਂ ਸਕਿਆ, ਪਰ ਅਸੀਂ ਬਹੁਤ ਵੱਡੀ ਇੱਕ ਇੰਡੀਆ ਦੀ ਪਰਮਾਣੂ ਹਥਿਆਰ ਨਾਲ ਲਾਂਸ ਹੋਈ ਤਾਕਤ ਦੇ ਨਾਲ ਲੜ ਰਹੇ ਹਾਂ। ਜਦੋਂ ਮੈਂ 1999 ਦੇ ਵਿੱਚ ਜਿੱਤਿਆ ਸੀ, ਮੈਂ ਪਾਰਲੀਮੈਂਟ ਦੇ ਵਿੱਚ ਗਿਆ ਸੀਗਾ। ਪਾਰਲੀਮੈਂਟ ਦੇ ਵਿੱਚ ਜਾ ਕੇ ਸਾਰੇ ਕੰਮ ਨਹੀਂ ਹੋ ਸਕਦੇ ਜਿੰਨਾ ਚਿਰ ਅਸੈਂਬਲੀ ਦੇ ਇਲੈਕਸ਼ਨ ਹਕੂਮਤ ਨਾ ਕਰਾਏ, ਅਤੇ ਸਾਡੇ ਨਾਲ ਧੋਖਾ ਇੰਡੀਆ ਦੀ ਹਕੂਮਤ ਨੇ ਕੀਤਾ ਹੈ ਕਿ ਸਾਡੀ ਅਸੈਂਬਲੀ ਦੇ ਇਲੈਕਸ਼ਨ ਕਰਾਉਂਦੇ ਆਖਰੀ ਮਿੰਟ ਦੇ ਉੱਤੇ ਉਹਨਾਂ ਨੇ ਕੈਂਸਲ ਕਰਤੇ, ਅਤੇ ਜੇ ਇਲੈਕਸ਼ਨ ਹੋ ਜਾਂਦੇ ਫਿਰ ਤੁਸੀਂ ਮੇਰੀ ਕਾਰਵਾਈ ਦੇਖ ਸਕਦੇ ਸੀਗੇ। ਚਲੋ ਮੈਂ ਤਾਂ ਮੰਦਾ ਕੀਤਾ, ਪਰ ਹੁਣ ਬਾਦਲ ਸਾਹਿਬ 4 ਵਾਰੀ ਚੀਫ ਮਿਨਿਸਟਰ ਬਣੇ ਹੈ, ਕੈਪਟਨ ਅਮਰਿੰਦਰ ਸਿੰਘ 2 ਵਾਰੀ ਬਣ ਕੇ ਤੁਹਾਡੇ ਸਾਹਮਣੇ ਆਏ ਹੈ। ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਤਾਂ ਨਹੀਂ ਪੁੱਛੋਗੇ ਤੁਸੀਂ, ਕਿਉਂ ਕਰਕੇ ਉਹ ਗਊ ਦੇ ਬੱਚੇ ਹੈਗੇ ਹੈ ਅਤੇ ਅਸੀਂ ਬਗਾਨੇ ਹੈ, ਅਤੇ ਮੈਨੂੰ ਹਮੇਸ਼ਾ ਪੁੱਛੋਗੇ ਕਿ ਜੀ ਤੁਸੀਂ ਕੀਤਾ ਕੀ। ਅਸੀਂ ਜੱਦੋਜਹਿਦ ਕੀਤੀ ਹੈ, ਇੰਨੇ ਸਾਲਾਂ ਦੇ ਵਿੱਚ ਜੜ ਬਣਾਤੀ ਹੈ ਖਾਲਿਸਤਾਨ ਦੀ। ਅੱਜ ਅਮਰੀਕਾ ਦੇ ਵਿੱਚ ਐਡੇ ਵੱਡੇ ਡੈਮੋਨਸਟ੍ਰੇਸ਼ਨ ਪ੍ਰੋਸੈਸ਼ਨਸ ਅਕਾਲੀ ਦਲ ਅੰਮ੍ਰਿਤਸਰ ਕਰ ਰਿਹਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ, ਖਾਲਿਸਤਾਨ ਚਾਹੀਦਾ ਹੈ, ਕਿ ਸਾਡੀ ਜਮਹੂਰੀਅਤ ਮਾਰੀ ਗਈ ਹੈ, ਸਾਡੀ SPC ਦੇ ਇਲੈਕਸ਼ਨਸ ਨਹੀਂ ਹੋ ਰਹੇ, ਸਾਡੀ ਧਾਰਮਿਕ ਆਜ਼ਾਦੀ ਮਾਰ ਦਿੱਤੀ ਗਈ ਹੈ, ਅਤੇ ਇਹ ਸਾਰਾ ਕੁਝ ਸਾਰੀ ਦੁਨੀਆ ਦੇ ਵਿੱਚ ਅਸੀਂ ਜਗਾਤਾ ਹੈ। ਅਤੇ ਹੋਰ ਇਦੋਂ ਜ਼ਿਆਦਾ ਆਪਾਂ ਬਗੈਰ ਤਾਕਤ ਤੋਂ ਕੀ ਕਰ ਸਕਦੇ ਹਾਂ। ਹੁਣ ਤੁਸੀਂ ਗੱਲ ਕਰਦੇ ਹੋ ਕਿ ਤੁਹਾਨੂੰ ਸਾਰਾ ਕੁਝ ਦਿੱਤਾ ਸੀਗਾ। ਹੁਣ ਇੰਡੀਅਨ ਐਕਸਪ੍ਰੈਸ ਹੈ, ਉਹ ਦਿਨ ਬ ਦਿਨ ਛੋਟੀ ਕਿਉਂ ਬਣੀ ਜਾਂਦੀ ਹੈ, ਅਤੇ ਤੁਹਾਡੀ ਅਜੇ ਇਹ ਟੈਲੀਵਿਜ਼ਨ 'ਤੇ ਹੀ ਨਹੀਂ, ਮੈਂ ਪੁੱਛਾਂ ਕਿ ਤੁਸੀਂ ਇੰਨੇ ਚਿਰ ਦੇ ਕੋਸ਼ਿਸ਼ ਕਰਦੇ ਹੋ, ਤੁਹਾਡੀ ਗੱਲ ਅਜੇ ਟੈਲੀਵਿਜ਼ਨ 'ਤੇ ਕਿਉਂ ਨਹੀਂ ਆਉਂਦੀ ਤੁਹਾਡੀ ਚੱਲਣ। ਇਹ ਤਾਂ ਫਿਰ ਕੋਸ਼ਿਸ਼ ਕਰਨੀ ਪਊਗੀ ਨਾ ਤੁਹਾਨੂੰ ਅਤੇ ਮੈਨੂੰ ਕਿ ਤੁਸੀਂ ਟੈਲੀਵਿਜ਼ਨ 'ਤੇ ਆਓ ਅਤੇ ਮੇਰੀ ਗੱਲ ਪਾਰਲੀਮੈਂਟ ਦੇ ਵਿੱਚ ਅਸੀਂ ਪਹੁੰਚੀਏ, ਅਸੈਂਬਲੀ ਦੇ ਵਿੱਚ ਪਹੁੰਚੀਏ, ਅਤੇ ਸਾਨੂੰ ਹੌਲੀ ਹੌਲੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਮਾਨ ਸਾਹਿਬ ਜਿਹੜਾ ਖਾਲਿਸਤਾਨ ਕੀ ਉਹ ਸਾਰੇ ਮਸਲਿਆਂ ਦਾ ਹੱਲ ਹੈ? ਉਹ ਸਾਰੇ ਮਸਲਿਆਂ ਦਾ ਹੱਲ ਹੈ, ਕਿਉਂ ਕਰਕੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ ਕਿ ਜੇ ਹਿੰਦੂ ਪਰਮਾਣੂ ਬੰਬ, ਮੁਸਲਮਾਨ ਪਰਮਾਣੂ ਬੰਬ ਅਤੇ ਕਾਮਰੇਡ ਚੀਨ ਦਾ ਬੰਬ ਪੰਜਾਬ ਦੇ ਵਿੱਚ ਜੰਗੇ ਮੈਦਾਨ ਦੇ ਵਿੱਚ ਆ ਗਿਆ ਅਤੇ ਤੁਸੀਂ ਸਾਰੇ ਖਤਮ ਹੋ ਜਾਓਗੇ। ਸਿਰਫ ਸਿੱਖ ਨਹੀਂ, ਤੁਸੀਂ ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਹੈਗੇ ਹੈ, ਇਹਨਾਂ ਦਾ ਖਾਤਮਾ ਹੋ ਜਾਊਗਾ। ਅਤੇ ਜੇ ਆਪਾਂ ਨੇ ਬਚਣਾ ਪਰਮਾਣੂ ਹਥਿਆਰਾਂ ਦੀ ਲੜਾਈ ਤੋਂ, ਫਿਰ ਇੱਕ ਸਿੱਖ ਬਫਰ ਸਟੇਟ ਜਿਹੜੀ ਬਣੂਗੀ ਉਹ ਸਾਰਿਆਂ ਦੇ ਫਾਇਦੇ ਦੇ ਵਿੱਚ ਹੋਊਗੀ। ਜਿਹੜੇ ਸਾਡੇ ਹਿੰਦੂ ਭਰਾ ਹੈਗੇ ਹੈ, ਉਹ ਹੈਗੇ ਹੈ ਟਰੇਡਰਸ ਅਤੇ ਵਪਾਰੀ, ਉਹ ਟਰੇਡ ਸਾਰੇ ਸੈਂਟਰਲ ਏਸ਼ੀਆ, ਵੈਸਟ ਏਸ਼ੀਆ, ਚੀਨ, ਰੂਸ ਤੱਕ ਕਰ ਜਾਣਗੇ, ਕਿਉਂ ਕਰਕੇ ਸਾਡੇ ਪਾਕਿਸਤਾਨ ਦੇ ਬਾਰਡਰ ਖੁੱਲ੍ਹ ਜਾਣਗੇ, ਅਤੇ ਜਿਹੜੀ 46 ਲੱਖ ਬੇਰੁਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਵੀ ਨੌਕਰੀਆਂ ਮਿਲ ਜਾਣੀਆਂ, ਕਿਉਂ ਕਰਕੇ ਸਾਡੀ ਫਿਰ 2 ਕਿੱਤੇ ਹੈ, ਇੱਕ ਤਾਂ ਅਸੀਂ ਕਾਸ਼ਤਕਾਰ ਹੈਗੇ ਹੈ, ਇੱਕ ਅਸੀਂ ਟਰਾਂਸਪੋਰਟਰ ਹੈਗੇ ਹੈ।
ਜੇ ਬਾਰਡਰ ਖੁੱਲ੍ਹ ਗਏ, ਸਾਡੇ ਟਰੱਕ ਤੇ ਸਾਡੇ ਬੱਚੇ ਬਿਲਕੁਲ ਏਸ਼ੀਆ ਦੇ ਸਾਰੇ ਸੈਂਟਰਲ ਏਸ਼ੀਆ ਦੇ ਵਿੱਚ ਰੂਸ ਤੱਕ ਵਪਾਰ ਕਰਨਗੇ। ਹੁਣ ਜਿਹੜੀ ਆਪਣੀ ਫਸਲ ਨਵੀਂ ਆ ਰਹੀ ਹੈ ਇਹਦੀ ਬਾਸਮਤੀ ਦੀ, ਇਹ ਸਿਰਫ 2000 ਰੁਪਈਆ ਕੁਇੰਟਲ ਵਿਕੂਗੀ। ਪਰ ਜੇ ਇਹੀ ਟਰੱਕਾਂ ਦੇ ਵਿੱਚ ਸਾਡੇ ਬੱਚੇ ਈਰਾਨ ਲੈ ਜਾਣ, ਈਰਾਨ ਜ਼ਿਆਦਾ ਦੂਰ ਨਹੀਂ ਹੈ, ਉੱਥੇ ਇਹਦਾ ਮੁੱਲ ਹੋਊਗਾ 8000 ਰੁਪਈਆ ਕੁਇੰਟਲ। ਅਤੇ ਜਿਹੜੇ ਸਾਡੇ ਲਾਲੇ ਬਾਣੀਏ ਹੈ, ਇਹ ਹਮੇਸ਼ਾ ਜਿੱਥੇ ਜਿੱਥੇ ਵੀ ਸਿੱਖ ਕਾਸ਼ਤਕਾਰ ਗਏ ਹੈ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਗੁਜਰਾਤ ਦੇ ਵਿੱਚ, ਕਿਤੇ ਵੀ ਗਏ ਹੈ, ਇਹ ਲਾਲੇ ਸਾਡੇ ਪਿੱਛੇ ਪਿੱਛੇ ਆਉਂਦੇ ਹੈ ਅਤੇ ਇਹੀ ਸਾਰਾ ਵਪਾਰ ਕਰਦੇ ਹੈ, ਸਾਨੂੰ ਪੈਸੇ ਦਿੰਦੇ ਹੈ। ਤਾਂ ਮੇਰਾ ਮਤਲਬ ਹੈ ਕਿ ਇਹ ਦੁਕਾਨਦਾਰ ਹੈਗੇ ਹੈ, ਇਹਨਾਂ ਨੂੰ ਆਪਣਾ ਰੁੱਖ ਹੈਗਾ ਅਤੇ ਇੰਨੇ ਅਮੀਰ ਹੋ ਜਾਣਗੇ ਅਤੇ ਇਹ ਤਾਂ ਆਪਣੀ ਕਿਸਮਤ ਨੂੰ ਦੇਖਣਗੇ ਕਿ ਅਸੀਂ ਖਾਲਿਸਤਾਨ ਨੂੰ ਕਿਉਂ ਰੋਕ ਰਹੇ ਸੀਗੇ। ਇਹ ਲਕਸ਼ਮੀ ਦੇ ਪੁਜਾਰੀ ਹੈ ਅਤੇ ਲਕਸ਼ਮੀ ਮਾਤਾ ਤਾਂ ਇਹਨਾਂ ਦਾ ਇਹ ਗੋਦਾਮ ਭਰ ਦੂਗੀ, ਜਿਵੇਂ ਤੂੜੀ ਰੱਖੀ ਦੀ ਅੰਦਰ ਹੈ, ਇਸ ਤਰ੍ਹਾਂ ਇਹਨਾਂ ਦੇ ਪੈਸਾ ਹੋ ਜਾਊਗਾ। ਜੀ ਮਾਨ ਸਾਹਿਬ, ਹੁਣ ਹਟ ਕੇ ਗੱਲ ਕਰ ਲਈਏ ਪੰਜਾਬ ਦੀ ਸਿਆਸਤ ਬਾਰੇ। ਜੇ ਗੱਲ ਕਰ ਲਈਏ, ਨਵੇਂ ਸੀਐਮ ਜਿਹੜੇ ਆ 20 ਸਾਲਾਂ ਬਾਅਦ ਪੰਜਾਬ ਦੀ ਇਤਿਹਾਸਤ ਦੇ ਵਿੱਚ ਜਿਹੜੇ ਵੱਖਰੇ ਨਾਂ ਦੇ ਸੀਐਮ ਪੰਜਾਬ ਨੂੰ ਮਿਲੇ ਨੇ, ਕੈਪਟਨ ਤੇ ਬਾਦਲ ਤੋਂ ਇਲਾਵਾ। ਪਹਿਲਾਂ ਤਾਂ ਕੈਪਟਨ ਮੁਕਤ ਪੰਜਾਬ ਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਜੀ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀ ਕਿ ਬਰਗਾੜੀ ਦੇ ਦੋਸ਼ੀ ਅਸੀਂ ਫੌਰਨ ਗ੍ਰਿਫਤਾਰ ਕਰ ਲਾਂਗੇ, ਪਰ ਉਹਨਾਂ ਨੂੰ ਨਹੀਂ ਕੀਤਾ। ਇਸ ਕਰਕੇ ਕਾਂਗਰਸ ਦੇ ਵਿੱਚੋਂ ਆਵਾਜ਼ ਉੱਠੀ ਹੈ ਕਿ ਆਪਾਂ ਨਿਜ਼ਾਮ ਨੂੰ ਤਬਦੀਲ ਕਰੀਏ। ਰਾਹੁਲ ਗਾਂਧੀ ਨੇ ਵੀ ਕਿਹਾ, ਸੇਖੋ ਸਾਹਿਬ ਨੇ ਵੀ ਕਿਹਾ, ਫਿਰ ਰੰਧਾਵਾ ਸਾਹਿਬ, ਬਾਜਵਾ ਸਾਹਿਬ ਨੇ ਵੀ ਕਿਹਾ, ਚੰਨੀ ਸਾਹਿਬ ਜਿਹੜੇ ਚੀਫ ਮਿਨਿਸਟਰ ਹੈ ਉਹਨਾਂ ਨੇ ਵੀ ਕਿਹਾ ਕਿ ਜਿੰਨਾ ਚਿਰ ਬਰਗਾੜੀ ਦੇ ਵਿੱਚ ਇਨਸਾਫ ਨਹੀਂ ਮਿਲਦਾ, ਉਨਾ ਚਿਰ ਸਾਡੀ ਵਜ਼ਾਰਤ ਦੀ ਗੱਲਬਾਤ ਪੂਰੀ ਨਹੀਂ ਹੋ ਸਕਦੀ। ਸੋ ਜਿਹੜਾ ਅਸੀਂ ਮੋਰਚਾ ਬਰਗਾੜੀ ਲਾਇਆ ਹੈ, ਇਹਦਾ ਸਾਨੂੰ ਫਲ ਮਿਲ ਰਿਹਾ ਹੈ। ਐ ਨਾ ਕਹੋ ਕਿ ਮੋਰਚੇ ਦਾ ਕਦੇ ਫਲ ਨਹੀਂ ਮਿਲਦਾ। ਅਸੀਂ ਹੌਲੀ ਹੌਲੀ ਜਿੰਨੇ ਜੋਗੇ ਹੈਗੇ ਹੈ, ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ। ਪਰ ਸਾਨੂੰ ਅਫਸੋਸ ਇੱਕ ਹੈ ਕਿ ਜਿਹੜੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਕੁਝ ਸਿੱਖ ਬੈਠੇ ਹੈ, ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਸਾਡੇ ਖਿਲਾਫ ਕਰੀ ਜਾਂਦੇ ਹੈ। ਅਤੇ ਆਮ ਆਦਮੀ ਪਾਰਟੀ ਇੱਕ ਹਿੰਦੂਤਵਾ ਦੀ ਪਾਰਟੀ ਹੈ, ਜਿਹੜੀ ਕਿ ਇਹ ਫਿਰ ਇੱਥੇ ਹਿੰਦੂਤਵਾ ਦਾ ਰਾਜ ਲਿਆਉਣਾ ਚਾਹੁੰਦੀ ਹੈ। ਅਤੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜੇ ਅਸੀਂ ਪਾਵਰ ਦੇ ਵਿੱਚ ਪੰਜਾਬ 'ਚ ਆ ਗਏ ਅਤੇ 250 ਫੁੱਟ ਉੱਚਾ ਅਸੀਂ ਗੁਰਬਚਨੇ ਨਿਰੰਕਾਰੀ ਦਾ ਬੁੱਤ ਬਣਾਵਾਂਗੇ। ਅਤੇ ਜਿਹੜਾ ਉੱਤਰਾਖੰਡ ਹੈ, ਜੇ ਅਸੀਂ ਉੱਥੇ ਇਲੈਕਸ਼ਨ ਜਿੱਤ ਗਏ ਅਤੇ ਅਸੀਂ ਇੱਕ ਨਮਾਇਸ਼ ਦੇ ਤੌਰ 'ਤੇ ਹਿੰਦੂ ਮੁਲਕ ਸੂਬਾ ਬਣਾ ਕੇ ਦੇਵਾਂਗੇ। ਅਤੇ ਜਿਹੜਾ ਬੱਬਰੀ ਮਸਜਿਦ ਜਬਰਨ ਇਹਨਾਂ ਨੇ ਹਿੰਦੂ ਮੰਦਰ ਬਣਾਤਾ ਹੈ, ਉੱਥੇ ਵੀ ਕੇਜਰੀਵਾਲ ਸਾਹਿਬ ਨੇ ਆਪਣੇ ਸੀਨੀਅਰ ਮੈਂਬਰ ਭੇਜੇ ਹੈ ਕਿ ਉੱਥੇ ਮੱਥਾ ਟੇਕ ਕੇ ਆਓ, ਹਿੰਦੂਆਂ ਨੂੰ ਵਿਸ਼ਵਾਸ ਦਿਵਾਓ ਕਿ ਅਸੀਂ ਤੁਹਾਡੇ ਹੈਗੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਕੈਨੇਡਾ ਅਤੇ ਅਮਰੀਕਾ ਦੇ ਸਿੱਖ ਹੈ, ਜੇ ਇਹ ਇਹੋ ਜਿਹੇ ਕੰਮ ਗੈਰ ਸਿੱਖੀ ਦੇ ਨਾ ਕਰਨ ਅਤੇ ਸਾਨੂੰ ਬਹੁਤ ਜ਼ਿਆਦਾ ਰਿਲੀਫ ਅਤੇ ਸਾਹ ਮਿਲ ਸਕਦਾ ਹੈਗਾ। ਮਾਨ ਸਾਹਿਬ, ਗੁਰੂ ਸਾਹਿਬ ਦੀ ਜੇਕਰ ਬੇਅਦਬੀ ਦੀ ਗੱਲ ਕਰ ਲਈਏ ਤਾਂ 4.5 ਸਾਲ ਸਿਆਸਤ ਹੋਈ ਹੈ, ਇਨਸਾਫ ਨਹੀਂ ਮਿਲਿਆ। ਹੁਣ ਨਵੇਂ ਸੀਐਮ ਦੇ ਆਉਣ ਨਾਲ ਲੱਗਦਾ ਤੁਹਾਨੂੰ ਵੀ ਰਹਿੰਦੇ ਥੋੜ੍ਹੇ ਸਮੇਂ ਦੇ ਵਿੱਚ ਆ ਜਿਹੜਾ ਉਹ ਗੱਲ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ? ਪਹਿਲਾਂ ਤੁਸੀਂ ਗੱਲ ਕੀਤੀ ਹੈ ਕਿ ਸੀਐਮ ਸਾਹਿਬ ਨੇ ਬਗਰਾੜੀ ਦੀ ਗੱਲ ਕੀਤੀ ਹੈ। ਜੇ ਇਨਸਾਫ ਦੀ ਗੱਲ ਕਰ ਲਈਏ ਤਾਂ ਸਿੱਖਾਂ ਨੂੰ ਕੀ ਗੁਰੂ ਸਾਹਿਬ ਦੀ ਬੇਅਦਬੀ ਦਾ ਨਵੇਂ ਸੀਐਮ ਆਉਣ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਕੋਈ ਐਕਸ਼ਨ ਮਿਲੂ, ਇਨਸਾਫ ਮਿਲੂਗਾ? ਦੇਖੋ, ਬਿੱਲੀ ਰੱਖੀ ਦੀ ਹੈ ਚੂਹਾ ਫੜਨ ਨੂੰ। ਐ ਨਹੀਂ ਦੇਖੀਦਾ ਕਿ ਬਿੱਲੀ ਕਾਲੀ ਹੈ ਜਾਂ ਚਿੱਟੀ ਹੈ। ਬਿੱਲੀ ਉਹ ਰੱਖੀ ਦੀ ਹੈ ਜਿਹੜੀ ਚੂਹੇ ਨੂੰ ਹੜੱਪ ਦੇਵੇ। ਅਤੇ ਫਿਰ ਹੁਣ ਜੇ ਨਵੇਂ ਚੀਫ ਮਿਨਿਸਟਰ ਸਾਹਿਬ DGP ਬਣਾ ਕੇ ਅਤੇ ਇਹਨਾਂ ਸਾਰਿਆਂ ਨੂੰ, ਬਾਦਲ ਨੂੰ, ਸੁਖਬੀਰ ਨੂੰ, ਸੌਦੇ ਸਾਧ ਅਤੇ ਸੈਣੀ ਨੂੰ ਹੜੱਪ ਲੈਣਗੇ ਅਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਦੇ ਦੇਣਗੇ। ਜਿਹੜੇ ਹਾਈ ਕੋਰਟ ਦੇ 2 ਜੱਜ ਹੈਗੇ ਆ, ਸਾਗਵਾਨ ਅਤੇ ਸਵਾਬਤ ਹੈ ਦੂਜੇ ਦਾ ਨਾਂ, ਉਹਨਾਂ ਨੂੰ
ਇੰਪੀਚ ਕਰਾ ਦੇਣਗੇ ਪਾਰਲੀਮੈਂਟ ਦੇ ਵਿੱਚ। ਇੰਪੀਚਮੈਂਟ ਦਾ ਮਤਲਬ ਹੁੰਦਾ ਹੈ ਮਹਾਦੋਸ਼। ਉਹਨਾਂ ਦੇ ਉੱਤੇ ਮਹਾਦੋਸ਼ ਲੱਗਣਾ ਚਾਹੀਦਾ ਹੈ ਕਿ ਉਹਨਾਂ ਨੇ ਬਹੁਤ ਗਲਤ ਸਿੱਖ ਕੌਮ ਅਤੇ ਇਨਸਾਨੀਅਤ ਦੇ ਖਿਲਾਫ ਫੈਸਲੇ ਕੀਤੇ ਹੈ, ਅਤੇ ਇਹਨਾਂ ਦੋਨਾਂ ਜੱਜਾਂ ਨੂੰ ਇੰਪੀਚ ਅਤੇ ਮਹਾਦੋਸ਼ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਖੜਾ ਕਰਨਾ ਪਊਗਾ ਅਤੇ ਸਜ਼ਾਵਾਂ ਦੇਣੀਆਂ ਪੈਣਗੀਆਂ। ਤੁਸੀਂ ਆਪਣੀ ਨਜ਼ਰ ਤੋਂ, ਆਪਣੇ ਤਰਕ ਤੋਂ ਕਿਵੇਂ ਦੇਖਦੇ ਹੋ ਕਿ ਜਿਹੜੇ ਤੁਸੀਂ ਵੱਡੇ ਨਾਮ ਲਏ ਨੇ, ਕਿ ਉਹਨਾਂ ਦੇ ਵੱਡੇ ਨਾਮਾਂ ਦੇ ਉੱਤੇ ਕਾਰਵਾਈ ਜੋ ਤੁਸੀਂ ਕਿਹਾ ਕਿ ਅੰਦਰ ਹੋਣਗੇ, ਤੁਸੀਂ ਆਪਣੇ ਤਰਕ ਤੋਂ ਕਿਵੇਂ ਦੇਖਦੇ ਹੋ ਕਿ ਉਹ ਅੰਦਰ ਹੋ ਜਾਣਗੇ? ਆਪਣੇ ਤਰਕ ਤੋਂ ਕਿਵੇਂ ਦੇਖਦੇ ਹੋ? ਜੇ ਅਸੀਂ ਜਹਿਦ ਜਾਰੀ ਰੱਖਾਂਗੇ, ਬਹੁਤ ਵੱਡੇ ਬੰਦੇ ਅੰਦਰ ਗਏ ਹੈ। ਇੰਦਰਾ ਗਾਂਧੀ ਵੀ ਅੰਦਰ ਗਈ ਸੀ, ਹਿਟਲਰ ਨੇ ਅੰਦਰ ਜਾਣਾ ਸੀ ਪਰ ਉਸ ਨੇ ਪਹਿਲਾਂ ਹੀ ਖੁਦਕਸ਼ੀ ਕਰ ਲਈ ਸੀ। ਉਹਦੇ ਜਰਨੈਲ ਸਾਰੇ ਅੰਦਰ ਗਏ ਅਤੇ ਉਹਨਾਂ ਨੂੰ ਫਾਹੇ ਮਿਲੇ। ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਆਦਮੀ ਜਾਂ ਤੀਵੀਂ ਜ਼ਬਰ ਕਰੂਗੀ ਉਸ ਨੂੰ ਸਜ਼ਾ ਮਿਲੂਗੀ। ਖਾਸ ਕਰਕੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ, ਇਹ ਤਾਂ ਕਿਤੇ ਵੀ ਖਿਸਕ ਕੇ ਜਾ ਨਹੀਂ ਸਕਦੇ ਹੈਗੇ। ਨਾ ਜੇ ਮਰ ਵੀ ਗਏ ਤਾਂ ਵੀ ਇਹਨਾਂ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗਣ ਨਹੀਂ ਦੇਣਾ। ਸਾਡੀ ਆਤਮਾ ਨੇ ਅਤੇ ਸਿੱਖ ਕੌਮ ਨੇ। ਧੰਨਵਾਦ ਮਾਨ ਸਾਹਿਬ ਸਮਾਂ ਦੇਣ ਦੇ ਲਈ। ਮਿਹਰਬਾਨੀ ਜੀ, ਤੁਹਾਡੀ ਬਹੁਤ ਕਿਰਪਾ ਤੁਹਾਡੀ। ਜਿਹੜੀ ਤੁਸੀਂ ਬਰਗਾੜੀ ਆਏ ਹੋ, ਬਰਗਾੜੀ ਗੁਰੂ ਮਹਾਰਾਜ ਦੀ ਜਗ੍ਹਾ ਹੈ, 10ਵੇਂ ਪਾਤਸ਼ਾਹ ਦੀ, ਅਤੇ ਇੱਥੇ ਮਹਾਰਾਜ ਆਏ ਹੈ ਅਤੇ ਇਹ ਉਹੀ ਜਗ੍ਹਾ ਹੈਗੀ ਹੈ ਜਿੱਥੋਂ ਜੈਤੋ ਦੇ ਮੋਰਚੇ ਜਦੋਂ ਚੱਲ ਰਹੇ ਸੀਗੇ। ਇਹ ਮੋਰਚਿਆਂ ਦਾ ਆਖਰੀ ਪੜਾਅ ਸੀਗਾ ਬਰਗਾੜੀ, ਜਿੱਥੇ ਰਾਤ ਟਿਕਦੇ ਸੀਗੇ, ਫਿਰ ਅਗਲੇ ਦਿਨ ਪੈਦਲ ਤੁਰ ਕੇ ਜੈਤੋ ਚਲੇ ਜਾਂਦੇ ਸੀਗੇ। ਪਰ ਜਿਹੜੇ ਬਾਦਲ ਸਾਹਿਬ ਦੇ ਬਜ਼ੁਰਗ ਹੈ, ਉਹਨਾਂ ਨੇ ਸਾਰੇ ਖੂਹਾਂ ਦੇ ਵਿੱਚ, ਰਾਹ ਦੇ ਵਿੱਚ ਜਿਹੜੇ ਜੈਤੋ ਨੂੰ ਜਾਂਦੇ ਆਉਂਦੇ ਹੈ, ਉਹਨਾਂ ਦੇ ਵਿੱਚ ਜ਼ਹਿਰ ਪਾਤਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਇੰਨੀਆਂ ਬੁਰਾਈਆਂ ਸਿੱਖ ਮਜ਼ਹਬ ਦੇ ਖਿਲਾਫ ਕੀਤੀਆਂ ਕਿ ਇਹਨਾਂ ਨੂੰ ਕਦੇ ਵੀ ਕੋਈ ਬਖਸ਼ ਨਹੀਂ ਸਕਦਾ। ਜੇ ਇਹ ਜੇਲ੍ਹ 'ਚ ਵੀ ਜਾਣਗੇ, ਜਿਹੜਾ ਸੁਖਬੀਰ ਸਿੰਘ ਕਹਿੰਦਾ ਹੈ ਕਿ ਮੈਂ ਜਾਊਂਗਾ, ਉੱਥੇ ਤਾਂ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਹੈ ਉਹ ਇਹਨਾਂ ਤੋਂ ਸਤੇ ਹੋਏ ਹੈ। ਇਹਨਾਂ ਨੇ ਫੀਮ, ਇਹਨਾਂ ਨੇ ਹੈਰੋਇਨ, ਇਹਨਾਂ ਨੇ ਕਰਪਸ਼ਨ, ਇਹਨਾਂ ਨੇ ਸੈਂਡ ਅਤੇ ਰੇਤ ਅਤੇ ਇੰਨੇ ਮਾੜੇ ਕੰਮ ਕੀਤੇ ਹੋਏ ਹੈ ਕਿ ਜਿਵੇਂ ਕੋਈ ਅੱਕ ਕੇ ਮੁਰਗਾ ਫੜ ਲੇ ਅਤੇ ਉਹਨੂੰ ਗੁੱਸਾ ਚੜ੍ਹਦਾ ਹੋਵੇ ਕਿ ਖੰਭ ਲਾ ਕੇ ਇਹਨੂੰ ਮੈਂ ਇਹ ਕਰ ਦੇਣਾ। ਇਹਨਾਂ ਦੇ ਤਾਂ ਇਸ ਤਰ੍ਹਾਂ ਕੰਮ ਹੋਊਗਾ। ਇਹ ਕਹਿੰਦੇ ਸਰਕਾਰ ਸਾਨੂੰ ਜੇਲ੍ਹ ਦੇ ਵਿੱਚ ਦੇ ਦੇ। ਉਹ ਤੁਹਾਨੂੰ ਇਹ ਜੇਲ੍ਹ ਦੇ ਵਿੱਚ ਪਤਾ ਨਹੀਂ ਕੀ ਸਿਕਿਉਰਿਟੀ ਰੱਖਣੀ ਪੈਣੀ ਹੈ ਕਿ ਤੁਹਾਡੇ ਕੋਲੇ ਕੋਈ ਜੇਲ੍ਹ ਦਾ ਬੰਦਾ ਆ ਨਾ ਸਕੇ। ਇੱਕ ਸਵਾਲ ਹੋਰ ਆ ਮਾਨ ਸਾਹਿਬ, ਜੇਕਰ ਤੁਸੀਂ ਸੱਤਾ ਦੇ ਵਿੱਚ ਆਉਣੇ ਹੋ, 22 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਤਾਂ ਕੀ ਤੁਸੀਂ ਇਹਨਾਂ ਜੋ ਬਾਦਲ ਨੇ ਜਾਂ ਕੈਪਟਨ ਨੇ, ਜਿਹੜਾ ਤੁਸੀਂ ਇਹਨਾਂ 'ਤੇ ਕਾਰਵਾਈ ਕਰ ਪਾਓਗੇ? ਇੱਕ ਇਹ ਮੇਨ ਸਵਾਲ ਆ। ਸੱਤਾ ਦੇ ਵਿੱਚ ਜੇਕਰ ਤੁਸੀਂ 22 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਉਣੇ ਹੋ ਤਾਂ ਬਾਦਲ, ਕੈਪਟਨ ਜਾਂ ਤੁਸੀਂ ਹੋਰ ਨਾਂ ਲਏ ਨੇ, ਉਹ ਜੇਲ੍ਹਾਂ ਦੀਆਂ ਸਲਾਖਾਂ ਦੇ ਅੰਦਰ ਹੋਣਗੇ? ਇਹਦੇ 'ਚ ਤਾਂ ਕੋਈ ਦੋ ਰਾਇਆਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇ ਕੇ ਫਿਰ ਇਹਨਾਂ ਨੂੰ ਫੌਜੀ ਟ੍ਰੇਨਿੰਗ ਦੇਵਾਂਗੇ ਅਤੇ ਇਹਨਾਂ ਨੂੰ ਫਿਰ ਲੱਦਾਖ ਦੇ ਬਾਰਡਰ ਦੇ ਉੱਤੇ ਰੱਖਾਂਗੇ ਕਿ ਤੁਸੀਂ ਹੁਣ ਸਾਡੀ ਰੱਖਿਆ ਚੀਨ ਤੋਂ ਕਰਾਉਂਗੇ। ਠੀਕ ਹੈ, ਐਵੇਂ ਥੋੜ੍ਹੀ ਰੋਟੀਆਂ ਖਵਾਉਣੀਆਂ ਜੇਲ੍ਹਾਂ ਦੇ ਵਿੱਚ। ਇਹਨਾਂ ਨੂੰ ਤਕੜਾ ਕਰਕੇ ਉੱਤੇ ਚੋਟੀਆਂ 'ਤੇ ਭੇਜਾਂਗੇ ਕਿ ਹੁਣ ਤੁਸੀਂ ਸਾਡੇ ਰੱਖਿਆ ਕਰੋ। ਜਿਵੇਂ ਫ੍ਰੈਂਚ ਲੀਜਨ ਹੁੰਦੀ ਸੀਗੀ ਨਾ, ਫਰਾਂਸ ਨੇ ਇੱਕ ਫ੍ਰੈਂਚ ਲੀਜਨ ਬਣਾਈ ਸੀ ਜਿਹਦੇ ਵਿੱਚ ਸਾਰੇ ਚੋਰ ਚਪੱਟੇ ਬਦਮਾਸ਼ ਭਰਤੀ ਕਰਕੇ ਉਹਨਾਂ ਨੂੰ ਫੌਜ ਦੀ ਵਧੀਆ ਟ੍ਰੇਨਿੰਗ ਦੇ ਕੇ ਅਫਰੀਕਾ ਭੇਜ ਦਿੰਦੇ ਸੀਗੇ। ਠੀਕ ਹੈ, ਫਿਰ ਉਹ ਫਰਾਂਸ ਦੇ ਲਈ ਲੜਦੇ ਸੀਗੇ, ਕਰਦੇ ਸੀਗੇ, ਪਰ ਉਹ ਜੇਲ੍ਹ 'ਚ ਨਹੀਂ ਰਹਿੰਦੇ ਸੀ। ਉਹਨਾਂ ਨੂੰ ਇੰਨਾ ਹੀ ਸੀ ਕਿ ਅਸੀਂ ਹੁਣ ਫੌਜ ਦੇ ਵਿੱਚ ਹੈਗੇ ਹਾਂ ਪਰ ਅਫਰੀਕਾ ਅਸੀਂ ਛੱਡ ਨਹੀਂ ਸਕਦੇ। ਫ੍ਰੈਂਚ ਲੀਜਨ
ਇਸ ਤਰ੍ਹਾਂ ਦੀ ਇੱਕ ਅਸੀਂ ਲੀਜਨ ਬਣਾਉਣੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਟ੍ਰੇਨਿੰਗ ਦੇ ਕੇ ਸਿੱਧਾ ਲਦਾਖ ਦੇ ਬਾਰਡਰ 'ਤੇ ਰੱਖਣਾ ਹੈ। ਜਿੰਨੇ ਵੀ ਇਹ RSS ਦੇ ਚੰਬਲੇ ਹੋਏ ਹੈ, ਜਿੰਨੇ ਵੀ ਇਹ BJP ਦੇ ਮੋਟੇ ਢਿੱਡਾਂ ਵਾਲੇ ਹੈਗੇ ਆ, ਇਹ ਸਾਰੇ ਫੋਰਨ ਲੀਜਨ ਦੇ ਵਿੱਚ ਭਰਤੀ ਹੋਣਗੇ। ਅਸੀਂ ਜੇਲ੍ਹਾਂ 'ਚ ਐਵੇਂ ਨਹੀਂ ਇਹਨਾਂ ਨੂੰ ਰੋਟੀਆਂ ਖਵਾਉਣੀਆਂ, ਇਹਨਾਂ ਨੂੰ ਟ੍ਰੇਨਿੰਗ ਦੇ ਕੇ ਲਦਾਖ ਦੇ ਬਾਰਡਰ 'ਤੇ ਭੇਜਾਂਗੇ ਅਤੇ ਉੱਥੇ ਰੱਖਿਆ ਕਰਿਆ ਕਰਨਗੇ ਸਾਡੀ ਜਾਈ ਰੁਜੂਈ ਦੇਵਾਂਗੇ। ਮੇਰਾ ਮਤਲਬ ਠੰਡ 'ਚ ਨਾ ਇਹਨਾਂ ਦਾ ਨੁਕਸਾਨ, ਪੂਰਾ ਪ੍ਰਬੰਧ ਕਰਕੇ ਤੋਰੋਗੇ? ਹਾਂ, ਉੱਥੇ ਪੂਰਾ ਪ੍ਰਬੰਧ ਹੋਊਗਾ। ਇਹਨਾਂ ਨੂੰ ਰੋਟੀ ਵੀ ਚੰਗੀ ਮਿਲੂਗੀ, ਸਾਰਾ ਕੁਛ ਹੋਊਗਾ। ਪਰ ਜੇ ਇਹ ਝੂਠ ਬੋਲ ਕੇ ਬਿਮਾਰ ਪੈ ਗਏ ਨਾ, ਫਿਰ ਜਬਰਨ ਇਹਨੂੰ ਫੜ ਕੇ ਫਿਰ ਚੋਟੀ ਦੇ ਉੱਤੇ ਭੇਜ ਦਿਆ ਕਰਨਾ। ਉੱਥੋਂ ਫਿਰ ਇਹ ਕਿਤੇ ਹੱਥ ਖੜੇ ਕਰਕੇ ਨਾ ਵਾਪਸ ਆ ਜਾਣ ਜੀ, ਸੱਦਾ ਦੇ ਤੂੰ? ਨਹੀਂ, ਇਹਨਾਂ ਦੀ ਮੰਮੀ ਨੂੰ ਵੀ ਨਹੀਂ ਮਿਲਣ ਦੇਣਾ ਅਤੇ ਨਾ ਹੋਰ ਕਿਸੇ ਨੂੰ ਮਿਲਣ ਦੇਣਾ। ਉੱਥੇ ਹੀ ਰਹਿਣਗੇ ਬਰਫਾਂ ਦੇ ਵਿੱਚ। ਹਾਂ, ਧੰਨਵਾਦ ਮਾਨ ਸਾਹਿਬ। ਤਾਂ ਗੱਲਬਾਤ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ। ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ, ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਹਨਾਂ ਨੇ ਕਿਹਾ ਕਿ ਖਾਲਿਸਤਾਨ ਆਉਣ ਦੇ ਨਾਲ ਸਾਰੇ ਮਸਲਿਆਂ ਦਾ ਹੱਲ ਹੈ, ਬਰਾਬਰਤਾ ਦੇ ਅਧਿਕਾਰ ਮਿਲਣਗੇ। ਪਰ ਵੱਡੇ ਸਵਾਲ ਇਹ ਨੇ ਕਿ ਖਾਲਿਸਤਾਨ ਆ ਪਾਊਗਾ? ਵੱਡੇ ਸਵਾਲ ਇਹ ਨੇ। ਸਮਾਂ ਸਭ ਤੋਂ ਵੱਡਾ ਬਲਵਾਨ ਚੀਜ਼ ਹੁੰਦੀ ਹੈ। ਤੁਸੀਂ ਜੁੜੇ ਹੋ ਜ਼ਿੰਦਾਬਾਦ ਚੈਨਲ ਦੇ ਨਾਲ। ਮੈਂ ਸਿਮਰਜੀਤ ਸਦਾਣਾ, ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ।